ਵੈਲਕਮ ਬੈਕ ਟੂ ਆਲ ਮਾਈ ਵਿਊਅਰਸ ਔਨ ਮਾਈ YouTube ਚੈਨਲ। ਆਈ ਐਮ ਸੁਰਿੰਦਰ ਕੁਮਾਰ। ਅੱਜ ਇੱਕ ਇੰਟਰਸਟਿੰਗ ਸੈਸ਼ਨ ਦੇ ਨਾਲ ਤੁਹਾਡੇ ਨਾਲ ਰੂਬਰੂ ਹੋਇਆ ਵਾਂ। ਇਸ ਸੈਸ਼ਨ ਦਾ ਨਾਮ ਹੈ ਜਿਹੜਾ ਇਹਦੇ ਵਿੱਚ ਅਸੀਂ ਨੈਚੁਰਲ ਰਿਸੋਰਸਿਸ ਦੇ ਰਿਵੀਜ਼ਨ ਨੋਟ ਜਿਹੜੇ ਨੇ ਕਲਾਸ 8 ਤੇ ਲੈ ਕੇ ਆ ਰਹੇ ਹਾਂ। ਇਹ ਜਿਹੜੇ ਕੁਐਸਚਨਸ ਨੇ ਜਾਂ ਤੁਹਾਡੇ MCQs ਹੋਣਗੇ, ਟਰੂ ਫਾਲਸ ਹੋਣਗੇ ਤੇ ਫਿਲਿੰਗ ਦੀ ਬਲੈਂਕਸ ਹੋਣਗੇ, ਉਹ ਮੈਂ ਪੂਰੇ ਕਵਰ ਕੀਤੇ ਆ ਜਿਹੜੇ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨਸ ਬਣਦੇ ਨੇ ਇਸ ਚੈਪਟਰ ਦੇ ਰਿਲੇਟਡ, ਤੇ ਉਹਨੂੰ ਮੈਂ ਇਸ ਸੈਸ਼ਨ ਦੇ ਵਿੱਚ ਇਨਕਲੂਡ ਕੀਤਾ ਵਾ ਤੇ ਇਹ ਸੈਸ਼ਨ ਤੁਹਾਡੇ ਲਈ ਬਣਾ ਕੇ ਲੈ ਕੇ ਆਇਆ ਵਾ। ਜੇਕਰ ਤੁਹਾਨੂੰ ਇਹ ਸੈਸ਼ਨ ਵਧੀਆ ਲੱਗਿਆ ਤੇ ਤੁਹਾਨੂੰ ਲੱਗ ਰਿਹਾ ਵੀ ਤੁਹਾਡੇ ਫਿਊਚਰ ਦੇ ਵਿੱਚ ਇਹ ਕੰਮ ਆਏਗਾ ਤਾਂ ਲਾਈਕ ਕਰਨਾ, ਸ਼ੇਅਰ ਕਰਨਾ ਤੇ ਵੱਧ ਤੋਂ ਵੱਧ ਮੇਰੇ YouTube ਚੈਨਲ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਨਾ। ਵਿਦਆਊਟ ਟਾਈਮ ਵੇਸਟਿੰਗ ਅਸੀਂ ਸਟਾਰਟ ਕਰਦੇ ਹਾਂ ਸੈਸ਼ਨ ਨੂੰ। ਦੇਖੋ, ਸੈਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਹੈ MCQ ਬੇਸਡ ਕੁਐਸਚਨਸ ਨੇ ਜਿਹੜੇ ਕਿ ਬਹੁਤ ਵਾਰ ਰਿਪੀਟ ਵੀ ਹੋਏ ਨੇ। ਫਸਟ ਕੁਐਸਚਨ ਹੈ ਵਿਚ ਆਫ ਦੀ ਅਮੰਗਸ ਆਫ ਦੀ ਫੋਲੋਇੰਗਸ ਆਰ ਦੀ ਨੈਚੁਰਲ ਰਿਸੋਰਸਿਸ। ਇਹਦੇ ਵਿੱਚੋਂ ਕਿਹੜਾ ਨੈਚੁਰਲ ਰਿਸੋਰਸ ਹੈ? ਦੇਖੋ, ਇਹਦੇ ਵਿੱਚ ਕਿਹੜਾ ਨੈਚੁਰਲ ਰਿਸੋਰਸ ਹੈ? ਆਲ ਆਫ ਅਬਵ, ਜਾਣੀ ਕਿ ਫੋਰੈਸਟ ਵੀ ਨੇ, ਸੋਇਲ ਵੀ ਆ ਐਂਡ ਮਿਨਰਲਸ ਵੀ ਆ। ਉਸ ਤੋਂ ਬਾਅਦ ਹੈ ਵਟ ਟਾਈਪਸ ਆਫ ਦੀ ਰਿਸੋਰਸ ਆਫ ਦੀ ਵਾਟਰ ਇਜ਼ ਪੈਟਰੋਲੀਅਮ। ਪੈਟਰੋਲੀਅਮ ਕਿਸ ਟਾਈਪ ਦਾ ਰਿਸੋਰਸ ਆ? ਤਾਂ ਸਭ ਨੂੰ ਪਤਾ ਵੀ ਉਹ ਕੀ ਹੈ, ਐਗਜ਼ੌਸਟੇਬਲ ਰਿਸੋਰਸ ਆ, ਕਿਉਂਕਿ ਇਹ ਕੀ ਨੇ ਕੁਛ ਹੱਦ ਤੱਕ ਜਦੋਂ ਤੱਕ ਅਸੀਂ ਇਹਨੂੰ ਯੂਜ਼ ਕਰੀ ਜਾਵਾਂਗੇ ਤੇ ਇਹ ਇੱਕ ਟਾਈਮ ਇਹੋ ਜਿਹਾ ਆਏਗਾ ਜਦੋਂ ਇਹ ਪੈਟਰੋਲੀਅਮ ਜਿਹੜਾ ਰਿਸੋਰਸ ਆ ਉਹ ਖਤਮ ਹੋ ਜਾਏਗਾ। ਉਸ ਤੋਂ ਬਾਅਦ ਹੈ ਵਿਚ ਆਫ ਦੀ ਫੋਲੋਇੰਗ ਇਜ਼ ਨਾਟ ਅ ਨੈਚੁਰਲ ਰਿਸੋਰਸ। ਇਹਦੇ ਵਿੱਚੋਂ ਕਿਹੜਾ ਨੈਚੁਰਲ ਰਿਸੋਰਸਿਸ ਨਹੀਂ ਹੈਗੇ? ਰਿਵਰਸ ਇਹ ਨੈਚੁਰਲ ਰਿਸੋਰਸ ਨੇ, ਸੋਲਰ ਇਹ ਵੀ ਨੈਚੁਰਲ ਰਿਸੋਰਸ ਆ, ਮਿਨਰਲ ਇਹ ਵੀ ਨੈਚੁਰਲ ਰਿਸੋਰਸ ਨੇ, ਬਟ ਆਰਟੀਫਿਸ਼ੀਅਲ ਫਰਟੀਲਾਈਜ਼ਰਸ ਇਹ ਕੀ ਆ, ਹਿਊਮਨ ਮੇਡ ਰਿਸੋਰਸਿਸ ਨੇ, ਜਿਹੜਾ ਕਿ ਇੱਕ ਬੰਦਾ ਬਣਾਉਂਦਾ ਵਾ, ਜਿਵੇਂ ਕੈਮੀਕਲਸ ਹੋ ਗਏ ਸਾਡੇ, ਯੂਰੀਆ ਹੋ ਗਿਆ, ਇਹ ਚੀਜ਼ਾਂ। ਤਾਂ ਇਹ ਸਾਰੇ ਆਰਟੀਫਿਸ਼ੀਅਲ ਫਰਟੀਲਾਈਜ਼ਰਸ ਕੀ ਨੇ? ਨਾਟ ਆ ਨੈਚੁਰਲ ਰਿਸੋਰਸਿਸ। ਇਹ ਨੈਚੁਰਲ ਰਿਸੋਰਸਿਸ ਨਹੀਂ ਹੁੰਦੇ। ਇਹਨਾਂ ਨੂੰ ਕੀ ਕਿਹਾ ਜਾਂਦਾ? ਹਿਊਮਨ ਰਿਸੋਰਸ ਜਾਂ ਮੈਨ ਮੇਡ ਰਿਸੋਰਸ ਕਿਹਾ ਜਾਂਦਾ। ਉਸ ਤੋਂ ਬਾਅਦ ਹੈ ਵਟ ਕਾਈਂਡਸ ਆਫ ਦੀ ਰਿਸੋਰਸ ਇਜ਼ ਏਅਰ। ਏਅਰ ਕਿਹੜੀ ਰਿਸੋਰਸ ਆ? ਐਗਜ਼ੌਸਟੇਬਲ, ਨਾਨ ਐਗਜ਼ੌਸਟੇਬਲ, ਬੋਥ ਆਫ ਅਬਵ ਐਂਡ ਨਨ ਆਫ ਦੀਸ। ਐਗਜ਼ੌਸਟੇਬਲ ਆ ਕਿਉਂਕਿ ਏਅਰ ਕਦੀ ਵੀ ਖਤਮ ਹੋ ਸਕਦੀ ਹੈ। ਜੇਕਰ ਅਸੀਂ ਟਰੀ ਨੂੰ ਕੱਟਦੇ ਰਹੇ ਤਾਂ ਇੱਕ ਟਾਈਮ ਇਹੋ ਜਿਹਾ ਆਏਗਾ ਵੀ ਏਅਰ ਜਿਹੜੀ ਆ ਉਹਦਾ ਫਲੋ ਹੋਣਾ ਬੰਦ ਹੋ ਜਾਏਗਾ। ਉਸ ਤੋਂ ਬਾਅਦ ਕੀ ਆ? ਵਟ ਪਰਸੈਂਟੇਜ ਆਫ ਦੀ ਵਾਟਰ ਦੇਅਰ ਇਨ ਔਨ ਅਰਥ। ਅਰਥ ਦੇ ਉੱਤੇ ਕਿੰਨੀ ਪਰਸੈਂਟੇਜ ਆ ਵਾਟਰ ਦੀ? ਤਾਂ 71%। ਇਹ ਸਭ ਨੂੰ ਪਤਾ ਹੋਣਾ, ਇਨਕਲੂਡਡ ਓਸ਼ੀਅਨਸ, ਸੀਜ਼, ਅੰਟਾਰਕਟਿਕਸ, ਆਲ ਥਿੰਗਸ। ਵੀ ਸਾਰੇ ਰਿਸੋਰਸ ਜਿਹੜੇ ਵਾਟਰ ਦੇ ਨੇ ਉਹਨੂੰ ਮਿਲਾ ਕੇ ਉਹ ਕਿੰਨੇ ਪਰਸੈਂਟ ਆ? 71% ਆ। 29% ਕੀ ਹੋਏਗੀ ਸਾਡੀ? ਅਰਥ ਦਾ ਸਰਫੇਸ ਹੋਏਗਾ। ਉਸ ਤੋਂ ਬਾਅਦ ਹੈ ਵਿਚ ਆਫ ਦੀ ਅਮੰਗਸ ਆਫ ਦੀ ਫੋਲੋਇੰਗ ਇਜ਼ ਦਾ ਮੈਟਾਲਿਕ ਮਿਨਰਲਸ। ਇਹਦੇ ਵਿੱਚ ਮੈਟਾਲਿਕ ਮਿਨਰਲਸ ਕਿਹੜਾ ਵਾ? ਗੋਲਡ। ਠੀਕ ਹੈ ਜੀ। ਉਸ ਤੋਂ ਬਾਅਦ ਹੈ ਵਟ ਪਰਸੈਂਟੇਜ ਆਫ ਦੀ ਅਰਥ ਕ੍ਰੀਏਚਰਸ ਓਰੀਜਨੇਟ ਫਰੋਮ ਟੂ ਦੀ ਓਸ਼ਨ। ਓਸ਼ਨ ਤੋਂ ਕਿੰਨਾ ਪਰਸੈਂਟ ਜਿਹੜਾ ਅਰਥ ਦਾ ਏਰੀਆ ਵਾ ਉਹ ਕਵਰ ਕੀਤਾ ਹੋਇਆ ਵਾ? 75%। 75% ਜਿਹੜਾ ਅਰਥ ਦਾ ਜਿਹੜਾ ਸਰਫੇਸ ਆ ਉਹਨੂੰ ਕਿਹਨੇ ਕਵਰ ਕੀਤਾ ਹੋਇਆ? ਓਸ਼ਨਸ ਨੇ ਕਵਰ ਕੀਤਾ ਹੋਇਆ। ਉਸ ਤੋਂ ਬਾਅਦ ਹੈ ਅਮੰਗਸ ਵਿਚ ਆਫ ਦੀ ਅਮੰਗਸ ਆਫ ਦੀ ਮੈਟਾਲਿਕ ਮਟੀਰੀਅਲ। ਇਹ ਅਸੀਂ ਕਰ ਚੁੱਕੇ ਹਾਂ। ਉਸ ਤੋਂ ਬਾਅਦ ਹੈ ਫਿਲਿੰਗ ਦੀਆਂ ਬਲੈਂਕਸ। ਡੈਸ਼ ਰਿਸੋਰਸਿਸ ਇਜ਼ ਯੂਜ਼ ਟੂ ਦੀ ਸਮ ਇਕਨੋਮਿਕ ਗੇਨ। ਜੋ ਤੁਸੀਂ ਆਪਣੇ ਆਪ ਨੂੰ ਕੀ ਆਰਥਿਕ ਤੌਰ 'ਤੇ ਮਜ਼ਬੂਤ ਬਣਾਉਣਾ ਚਾਹੁੰਦੇ ਹੋ ਤਾਂ ਉਹ ਕਿਹੜੇ ਰਿਸੋਰਸ ਹੋਣਗੇ? ਡਿਵੈਲਪਡ ਰਿਸੋਰਸ। ਉਸ ਤੋਂ ਬਾਅਦ ਕੀ ਆ? ਡੈਸ਼ ਇਜ਼ ਦੀ ਪ੍ਰਾਇਮਰੀ ਐਂਡ ਮੋਸਟ ਰਿਸੋਰਸ ਆਫ ਦੀ ਫॉर ਹਿਊਮਨ। ਕਿਹੜਾ ਅਜਿਹਾ ਰਿਸੋਰਸ ਹੈ ਜਿਹੜਾ ਕਿ ਪ੍ਰਾਇਮਰੀ ਆਵੇ ਤੇ ਇੰਪੋਰਟੈਂਟ ਵੀ ਆ ਹਿਊਮਨ ਦੇ ਲਈ? ਵਾਟਰ। ਬਿਨਾਂ ਪਾਣੀ ਤੋਂ ਜਿਹੜਾ ਬੰਦਾ ਵਾ ਉਹ ਸਰਵਾਈਵ ਨਹੀਂ ਕਰ ਸਕਦਾ। ਉਸ ਤੋਂ ਬਾਅਦ ਕੀ ਆ? ਦੀ ਰਿਸੋਰਸਿਸ ਆਰ ਮੋਸਟ ਵੈਲਿਊਏਬਲ ਥਿੰਗਸ ਆਫ ਦੀ ਗਿਵਨ ਬਾਈ ਦੀ ਡੈਸ਼। ਵੀ ਜਿਹੜੇ ਅਜਿਹੇ ਰਿਸੋਰਸਿਸ ਹੁੰਦੇ ਆ ਜਿਹੜੇ ਕਿ ਹਿਊਮਨ ਨੂੰ ਦਿੱਤੇ ਜਾਂਦੇ ਆ ਕਿਹਦੇ ਦੁਆਰਾ? ਨੇਚਰ ਦੁਆਰਾ। ਠੀਕ ਹੈ ਜੀ। ਉਸ ਤੋਂ ਬਾਅਦ ਹੈ ਡੈਸ਼ ਆਰ ਕੰਸੀਡਰ ਦੀ ਬੈਕਬੋਨ ਆਫ ਆਰ ਇੰਡਸਟਰੀ। ਕਿਹੜੀਆਂ ਚੀਜ਼ਾਂ ਅਜਿਹੀਆਂ ਨੇ ਜਿਹੜੀਆਂ ਸਾਡੀ ਇੱਕ ਇੰਡਸਟਰੀ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ ਜਾਂ ਉਹਦੀ ਰੀੜ੍ਹ ਦੀ ਹੱਡੀ ਆ? ਮਿਨਰਲਸ। ਠੀਕ ਹੈ ਜੀ। ਦੀ ਸਨ, ਏਅਰ, ਵਾਟਰ ਆਰ ਡੈਸ਼ ਇਨਐਗਜ਼ੌਸਟੇਬਲ ਰਿਸੋਰਸ ਨੇ। ਇਹ ਕਿਹੜੇ ਰਿਸੋਰਸ ਨੇ ਜਿਹੜੇ ਖਤਮ ਨਹੀਂ ਹੋ ਸਕਦੇ? ਤਾਂ ਇਹ ਗੱਲ ਯਾਦ ਰੱਖਣੀ ਆ। ਉਸ ਤੋਂ ਬਾਅਦ ਕੀ ਆ? ਟਿਕ ਦੀ ਕਰੈਕਟ, ਵੀ ਇਹਦੇ ਵਿੱਚ ਟਿਕ ਦੀ ਕਰੈਕਟ ਕਰਨਾ ਵਾ। ਫਸਟ ਹੈਗਾ ਰਿਸੋਰਸ ਡਜ਼ ਨਾਟ ਟੂ ਬੀ ਫੁਲਫਿਲ ਐਨੀ ਸਪੈਸੀਫਿਕ ਪਰਪਜ਼ ਆਫ ਦੀ ਹਿਊਮਨ ਬੀਇੰਗਸ। ਇਹ ਫਾਲਸ ਆ। ਵੀ ਜਿਹੜੇ ਰਿਸੋਰਸਿਸ ਨੇ ਉਹ ਬੰਦੇ ਦੀਆਂ ਜਿਹੜੀਆਂ ਵੀ ਵਿਸ਼ੇਸ਼ ਜ਼ਰੂਰਤਾਂ ਨੇ ਉਹਨੂੰ ਪੂਰਾ ਕਰ ਦਿੰਦੀਆਂ ਨੇ। ਇਹ ਨਹੀਂ ਹੈਗਾ ਵੀ ਉਹ ਬੰਦੇ ਦੀਆਂ ਕੋਈ ਵੀ ਜ਼ਰੂਰਤਾਂ ਨਹੀਂ ਪੂਰੀਆਂ ਕਰ ਸਕਦੀਆਂ। ਇਹ ਗਲਤ ਆ। ਉਸ ਤੋਂ ਬਾਅਦ ਹੈ ਦੀ ਲੈਂਡ ਇਜ਼ ਯੂਜ਼ ਟੂ ਅਕੋਰਡਿੰਗ ਟੂ ਦੀ ਟੇਰੇਨ, ਸਲੋਪ ਟਾਈਪਸ ਆਫ ਸੋਇਲਸ, ਡਰੇਨੇਜ ਔਰ ਹਿਊਮਨ ਨੀਡਸ। ਠੀਕ ਹੈ ਜੀ। ਵੀ ਜਿਹੜੀ ਅਸੀਂ ਧਰਤੀ ਆ ਜਾਂ ਮਿੱਟੀ ਆ ਉਹਨੂੰ ਅਸੀਂ ਯੂਜ਼ ਕਰਦੇ ਆ ਉਹਦੀ ਸੋਇਲ ਦੀ ਟਾਈਪਸ ਦੇ ਨਾਲ, ਉਹਦੀ ਸਲੋਪ ਦੇ ਨਾਲ, ਹਿਊਮਨ ਨੀਡ ਦੇ ਅਕੋਰਡਿੰਗ ਉਹਨੂੰ ਯੂਜ਼ ਕੀਤਾ ਜਾਂਦਾ ਵਾ। ਉਸ ਤੋਂ ਬਾਅਦ ਹੈ ਪਲਾਂਟਸ ਐਂਡ ਕ੍ਰੌਪਸ ਆਰ ਇੰਟੀਗਰਲ ਪਾਰਟ ਆਫ ਹਿਊਮਨ ਲਾਈਫ। ਇਹ ਟਰੂ ਹੈ ਜੀ। ਇਹ ਬੰਦੇ ਦਾ ਇੱਕ ਜ਼ਰੂਰੀ ਅੰਗ ਨੇ। ਕੀ ਨੇ? ਦਰਖਤ ਤੇ ਫਸਲਾਂ। ਉਸ ਤੋਂ ਬਾਅਦ ਹੈ ਦੇਅਰ ਇਜ਼ ਨੋ ਕੋਰਿਲੇਸ਼ਨ ਬਿਟਵੀਨ ਟੂ ਦੀ ਰਿਸੋਰਸ ਆਫ ਦੇਅਰ ਮੇਨਟੇਨੈਂਸ। ਵੀ ਕਹਿੰਦੇ ਕੋਈ ਰਿਲੇਸ਼ਨਸ਼ਿਪ ਨਹੀਂ ਹੁੰਦਾ ਹੈਗਾ ਸਾਧਨਾਂ ਅਤੇ ਉਹਨਾਂ ਦੀ ਮੇਨਟੇਨੈਂਸ ਕਰਨ ਦੇ ਵਿੱਚ। ਇਹ ਕੀ ਆ? ਗਲਤ ਧਾਰਨਾ ਵਾ, ਕਿਉਂਕਿ ਇਹ ਬਹੁਤ ਜ਼ਿਆਦਾ ਜ਼ਰੂਰੀ ਨੇ। ਸਾਨੂੰ ਜਿਹੜੇ ਰਿਸੋਰਸ ਮਿਲਦੇ ਆ ਅਤੇ ਅਸੀਂ ਉਹਨਾਂ ਦੀ ਮੇਨਟੇਨੈਂਸ ਕਰਨੀ ਵੀ ਜ਼ਰੂਰੀ ਆ।
ਉਸ ਤੋਂ ਬਾਅਦ ਹੈ ਮਿਨਰਲਸ ਰਿਸੋਰਸਿਸ ਆਰ ਕਲੀਅਰਡ ਐਂਡ ਯੂਜ਼ਡ ਇਨ ਇੰਡਸਟਰੀ। ਕਹਿੰਦੇ ਜਿਹੜੇ ਮਿਨਰਲ ਰਿਸੋਰਸ ਨੇ ਉਹ ਕਲੀਅਰਡ ਹੋਣੇ ਚਾਹੀਦੇ ਆ ਅਤੇ ਇੰਡਸਟਰੀ ਦੇ ਵਿੱਚ ਯੂਜ਼ਡ ਹੋਣੇ ਚਾਹੀਦੇ ਆ। ਟਰੂ ਹੈ ਇਹ। ਉਸ ਤੋਂ ਬਾਅਦ ਸਾਡੇ ਕੋਲ 1 ਮਾਰਕਸ ਦੇ ਜਾਂ ਕਹਿ ਦਿਓ ਵੀ ਜਿਹੜੇ ਕੁਐਸਚਨਸ ਆਉਂਦੇ ਆ ਸ਼ਾਰਟ ਟਾਈਪਸ ਦੇ, ਉਹ ਆ ਵਿਚ ਆਫ ਦੀਆਂ ਨੈਚੁਰਲ ਰਿਸੋਰਸਿਸ ਵਿਚ ਆਰ ਦੀਆਂ ਨੈਚੁਰਲ ਰਿਸੋਰਸਿਸ ਐਂਡ ਹੂ ਪ੍ਰੋਵਾਈਡ ਅਸ। ਵੀ ਜਿਹੜੇ ਨੈਚੁਰਲ ਰਿਸੋਰਸਿਸ ਨੇ ਉਹ ਕੀ ਨੇ ਅਤੇ ਇਹਨੂੰ ਕੌਣ ਪ੍ਰੋਵਾਈਡ ਕਰਦਾ ਵਾ। ਜਿਹੜੇ ਰਿਸੋਰਸ ਹੁੰਦੇ ਆ ਫੋਰੈਸਟ, ਰੀਵਰ, ਮਿਨਰਲ, ਸੋਇਲ, ਸੋਲਰ ਅਤੇ ਐਨਰਜੀ ਅਤੇ ਸੀ, ਇਹਨਾਂ ਨੂੰ ਅਸੀਂ ਕਹਿੰਦੇ ਹਾਂ ਨੈਚੁਰਲ ਰਿਸੋਰਸਿਸ ਕਹਿੰਦੇ ਹਾਂ। ਇਹ ਸਾਨੂੰ ਪ੍ਰੋਵਾਈਡ ਕੌਣ ਕਰਦਾ ਵਾ? ਨੇਚਰ ਪ੍ਰੋਵਾਈਡ ਕਰਦਾ ਵਾ। ਲਿਸਟ ਦੱਸਣੇ ਟਾਈਪਸ ਆਫ ਰਿਸੋਰਸ ਦੇ, ਐਬੋਟਿਕ ਅਤੇ ਬਾਇਓਟਿਕ, ਡਿਵੈਲਪਡ ਅਤੇ ਪੋਟੈਂਸ਼ੀਅਲ ਰਿਸੋਰਸ, ਐਗਜ਼ੌਸਟੇਬਲ ਅਤੇ ਇਨਐਗਜ਼ੌਸਟੇਬਲ ਰਿਸੋਰਸ, ਸੋਇਲ ਐਂਡ ਲੈਂਡ ਰਿਸੋਰਸ। ਠੀਕ ਹੈ ਜੀ, ਇਹ ਸਾਰੇ ਰਿਸੋਰਸ ਨੇ। ਇਸ ਤੋਂ ਅਗਲੇ ਵੀ ਹੋਰ ਵੀ ਟਾਈਪਸ ਹੈਗੀਆਂ ਨੇ, ਜਿਵੇਂ ਕਿ ਮੈਰੀਨ ਐਂਡ ਮਿਨਰਲ ਰਿਸੋਰਸਿਸ, ਹਿਊਮਨ ਰਿਸੋਰਸਿਸ। ਠੀਕ ਹੈ, 6 ਤਰ੍ਹਾਂ ਦੇ ਰਿਸੋਰਸ ਹੁੰਦੇ ਆ, ਯਾਦ ਰੱਖਣਾ ਵਾ। ਤੁਹਾਨੂੰ ਕੁਐਸਚਨ ਵੀ ਆ ਸਕਦਾ ਹਾਊ ਮੈਨੀ ਟਾਈਪਸ ਆਫ ਰਿਸੋਰਸਿਸ, ਤਾਂ 6 ਟਾਈਪ ਦੇ ਰਿਸੋਰਸਿਸ ਹੁੰਦੇ ਆ। ਬਾਇਓਟਿਕ ਅਤੇ ਐਬੋਟਿਕ, ਡਿਵੈਲਪਡ ਪੋਟੈਂਸ਼ੀਅਲ ਰਿਸੋਰਸਿਸ, ਐਗਜ਼ੌਸਟੇਬਲ, ਇਨਐਗਜ਼ੌਸਟੇਬਲ, ਸੋਇਲ ਐਂਡ ਲੈਂਡ ਰਿਸੋਰਸਿਸ, ਮੈਰੀਨ ਐਂਡ ਮਿਨਰਲ ਰਿਸੋਰਸਿਸ ਐਂਡ ਹਿਊਮਨ ਰਿਸੋਰਸਿਸ। ਉਸ ਤੋਂ ਬਾਅਦ ਹੈ ਡਿਫਾਈਨ ਸੋਇਲ। ਸੋਇਲ ਕੀ ਹੁੰਦੀ ਆ? ਮਿੱਟੀ ਕੀ ਆ? ਦੀ ਸੋਇਲ ਇਜ਼ ਦੀ small and most important layer of the earth. It is formed by the breaking of to the present rocks and decomposition of the plants and animals. ਕਹਿੰਦੇ ਵੀ ਜਿਹੜੀ ਮਿੱਟੀ ਆ ਉਹ ਕਿਵੇਂ ਬਣਦੀ ਹੈ? ਸਭ ਤੋਂ ਉੱਪਰਲੀ ਪਰਤ ਹੁੰਦੀ ਹੈ ਧਰਤੀ ਦੀ। ਇਹ ਕਾਫੀ ਚੀਜ਼ਾਂ ਜਿਹੜੀਆਂ ਟੁੱਟ ਭੱਜ ਜਾਂਦੀਆਂ ਨੇ ਰੌਕਾਂ ਦੀਆਂ, ਉਹ ਤੋਂ ਬਣਦੀਆਂ ਨੇ, ਅਤੇ ਇਹ ਜਿਹੜੇ ਪਲਾਂਟਸ ਨੇ ਅਤੇ ਐਨੀਮਲਸ ਨੇ, ਇਹਨਾਂ ਦੀ ਡੀਕੰਪੋਜੀਸ਼ਨ ਨਾਲ ਵੀ ਜਿਹੜੀ ਮਿੱਟੀ ਆ ਉਹ ਬਣ ਜਾਂਦੀ ਆ। ਉਸ ਤੋਂ ਬਾਅਦ ਹੈ ਵਟ ਡੂ ਯੂ ਗੈਟ ਫਰੋਮ ਟੂ ਦੀ ਸੀ। ਸੀ ਤੋਂ ਸਾਨੂੰ ਕੀ ਮਿਲਦਾ ਵਾ? We get from to the fish, pearls, shells, diamonds, etc. from to the sea. We also get to the petroleum substances from to the sea, coastal and some places. ਵੀ ਕੁਛ ਅਜਿਹੇ ਏਰੀਏ ਹੁੰਦੇ ਆ ਜਿਹੜੇ ਮਿੱਟੀ ਨਦੀਆਂ ਦੇ ਵਿੱਚੋਂ ਸਾਨੂੰ ਕੀ ਮਿਲਦੇ ਆ? ਮੱਛੀਆਂ ਮਿਲਦੀਆਂ ਨੇ, ਮੋਤੀ ਮਿਲਦੇ ਆ, ਡਾਇਮੰਡ ਵੀ ਮਿਲ ਜਾਂਦੇ ਆ, ਹੀਰੇ ਵੀ ਮਿਲਦੇ ਆ, ਅਤੇ ਇਹ ਤੋਂ ਇਲਾਵਾ ਸਾਨੂੰ ਪੈਟਰੋਲੀਅਮ ਦੇ ਵੀ ਕੁਝ ਸਬਸਟੈਂਸ ਜਿਹੜੇ ਨੇ ਉਹ ਸਾਨੂੰ ਨਦੀਆਂ ਦੇ ਵਿੱਚੋਂ ਮਿਲ ਜਾਂਦੇ ਆ। ਉਸ ਤੋਂ ਬਾਅਦ ਹੈ ਹਾਊ ਯੂ ਕੰਜ਼ਰਵ ਦੀ ਰਿਸੋਰਸ ਪ੍ਰੋਪਰਲੀ। ਤੁਸੀਂ ਕਿਸ ਤਰੀਕੇ ਨਾਲ ਰਿਸੋਰਸਾਂ ਨੂੰ ਬਚਾ ਕੇ ਰੱਖ ਸਕਦੇ ਹੋ। ਦੀ ਰਿਸੋਰਸ ਸ਼ੁੱਡ ਬੀ ਵੇਸਟਡ, ਵੀ ਸਾਨੂੰ ਕਦੇ ਵੀ ਨਹੀਂ ਵੇਸਟ ਕਰਨੇ ਚਾਹੀਦੇ। ਨਾਟ ਬੀ ਵੇਸਟਡ, ਸਾਨੂੰ ਕਦੇ ਵੀ ਵੇਸਟ ਨਹੀਂ ਕਰਨੇ ਚਾਹੀਦੇ। ਰਿਸੋਰਸਿਸ ਵਿਚ ਆਰ ਵੀ ਆ ਯੂਜ਼ਡ ਅਗੇਨ ਸ਼ੁੱਡ ਬੀ ਆ ਰੀਸਾਈਕਲਡ, ਵੀ ਜਿਹੜੇ ਅਜਿਹੇ ਰਿਸੋਰਸ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਦੁਬਾਰਾ ਵੀ ਯੂਜ਼ ਕਰ ਸਕਦੇ ਹਾਂ ਤਾਂ ਉਹਨੂੰ ਯੂਜ਼ ਕਰਨਾ ਚਾਹੀਦਾ ਵਾ। ਦੀ ਪੀਪਲ ਸ਼ੁੱਡ ਬੀ ਅਵੇਅਰ ਆਫ ਦੀ ਰਿਗਾਰਡਿੰਗ ਆਫ ਦੀ ਕੰਜ਼ਰਵੇਸ਼ਨ ਆਫ ਰਿਸੋਰਸ, ਵੀ ਬੰਦਿਆਂ ਨੂੰ ਹਮੇਸ਼ਾ ਅਵੇਅਰ ਰਹਿਣਾ ਚਾਹੀਦਾ ਵਾ ਵੀ ਕਿਸ ਤਰੀਕੇ ਨਾਲ ਅਸੀਂ ਰਿਸੋਰਸਾਂ ਨੂੰ ਦੁਬਾਰਾ ਯੂਜ਼ ਕਰ ਸਕਦੇ ਹਾਂ। ਉਸ ਤੋਂ ਬਾਅਦ ਹੈ ਡਿਫਰੈਂਸ਼ੀਏਟ ਬਿਟਵੀਨ ਦੀ ਐਬੋਟਿਕ ਐਂਡ ਬਾਇਓਟਿਕ ਐਂਡ ਐਬੋਟਿਕ ਰਿਸੋਰਸਿਸ। ਇਹਨਾਂ ਦੋਹਾਂ ਦੇ ਵਿੱਚ ਡਿਫਰੈਂਸ ਦੱਸਣਾ ਵਾ। ਦੇਖੋ, ਜਿਹੜੇ ਬਾਇਓਟਿਕ ਰਿਸੋਰਸਿਸ ਨੇ ਉਹ ਬੇਸਿਕ ਰਿਸੋਰਸਿਸ ਵਿਚ ਆਰ ਓਰੀਜੀਨੇਟ ਫਰੋਮ ਟੂ ਦੀ ਲਿਵਿੰਗ ਆਰਗੈਨਿਜ਼ਮ। ਕੁਛ ਅਜਿਹੀਆਂ ਚੀਜ਼ਾਂ ਜਿਹੜੀਆਂ ਕਿ ਲਿਵਿੰਗ ਆਰਗੈਨਿਜ਼ਮ ਤੋਂ ਮਿਲਦੀਆਂ ਨੇ, ਉਹਨੂੰ ਬਾਇਓਟਿਕ ਰਿਸੋਰਸ ਕਿਹਾ ਜਾਂਦਾ, ਜਿਵੇਂ ਪਲਾਂਟਸ, ਅਦਰ ਕ੍ਰੀਏਚਰਸ, ਕੋਲ, ਪੈਟਰੋਲੀਅਮ ਐਕਸੈਕਟਰਾ। ਇਹ ਸਾਰੇ ਬਾਇਓਟਿਕ ਰਿਸੋਰਸ ਨੇ। ਅਤੇ ਨੋਨ ਆਇਬੋਟਿਕ ਰਿਸੋਰਸ ਕਿਹੜੇ ਹੁੰਦੇ ਆ? ਵੀ ਨੋਨ ਲਿਵਿੰਗ ਪ੍ਰੋਡਕਟਸ, ਉਹ ਚੀਜ਼ਾਂ ਜਿਹੜੀਆਂ ਕਿ ਜਿਉਂਦੇ ਨਹੀਂ ਹੁੰਦੀਆਂ, ਜਿਵੇਂ ਮਿਨਰਲਸ, ਵਾਟਰ, ਇਹ ਸਾਰੇ ਐਬੋਟਿਕ ਰਿਸੋਰਸ ਹੁੰਦੇ ਆ। ਉਸ ਤੋਂ ਬਾਅਦ ਹੈ ਵਟ ਆਰ ਦੀ ਸ਼ਾਰਟ ਨੋਟ ਇੰਪੋਰਟੈਂਸ ਆਫ ਦੀ ਸੋਇਲ ਐਂਡ ਲੈਂਡ। ਲੈਂਡ ਅਤੇ ਸੋਇਲ ਦੇ ਵਿੱਚ ਤੁਸੀਂ ਡਿਫਰੈਂਸ ਦੱਸਣਾ ਵੀ ਇਹਨਾਂ ਵਿੱਚ ਕੀ ਡਿਫਰੈਂਸ ਹੋਏਗਾ। ਸੋਇਲ ਐਂਡ ਲੈਂਡ ਰਿਸੋਰਸਿਸ ਆਰ ਬੀਂਗ ਯੂਜ਼ ਟੂ ਦੀ ਪਰਪਜ਼ ਆਫ ਟੂ ਦੀ agriculture and industry, sports, tourism, transports. Without these resources the life of the human beings are almost impossible. ਵੀ ਜਿਹੜੇ ਮਿੱਟੀ ਹੁੰਦੀ ਆ, ਧਰਤੀ ਹੁੰਦੀ ਆ, ਇਹ ਸਾਰੇ ਯੂਜ਼ ਕੀਤੇ ਜਾਂਦੇ ਆ ਐਗਰੀਕਲਚਰ, ਇੰਡਸਟਰੀ ਅਤੇ ਸਪੋਰਟਸ ਅਤੇ ਟੂਰਿਜ਼ਮ ਅਤੇ ਟਰਾਂਸਪੋਰਟੇਸ਼ਨ ਪਰਪਜ਼ ਦੇ ਲਈ। ਅਤੇ ਇਹਨਾਂ ਰਿਸੋਰਸਾਂ ਤੋਂ ਬਿਨਾਂ ਜਿਹੜਾ ਹਿਊਮਨ ਲਾਈਫ ਆ ਉਹ ਕਦੇ ਵੀ ਪੋਸੀਬਲ ਨਹੀਂ ਹੋ ਸਕਦੀ। ਫਰੋਮ ਵੇਅਰ ਡੂ ਵੀ ਗੈਟ ਟੂ ਦੀ ਮਿਨਰਲਸ ਐਂਡ ਵੇਅਰ ਆਰ ਦੇ ਯੂਜ਼ਡ, ਵੀ ਕਿੱਥੇ ਅਸੀਂ ਮਿਨਰਲਸ ਯੂਜ਼ ਕਰਦੇ ਹਾਂ ਅਤੇ ਇਹ ਸਾਨੂੰ ਕਿਉਂ ਯੂਜ਼ ਕਰਨੇ ਪੈਂਦੇ ਆ। ਦੀ ਮਿਨਰਲ ਟੇਕ ਆਊਟ ਫਰੋਮ ਟੂ ਦੀ ਅਰਥ, ਵੀ ਜਿਹੜੇ ਮਿਨਰਲਸ ਆ ਉਹ ਧਰਤੀ 'ਚੋਂ ਕੱਢੇ ਜਾਂਦੇ ਆ। ਦੀਜ਼ ਆਰ ਟੇਕ ਆਊਟ ਫਰੋਮ ਟੂ ਦੀ ਡਿਫਰੈਂਟ ਪਾਰਟਸ ਆਫ ਦੀ ਰੌਕਸ। ਇਹ ਕੀ ਆ? ਰੌਕ ਦੇ ਕਈ ਡਿਫਰੈਂਟ ਪਾਰਟਾਂ ਦੇ ਵਿੱਚੋਂ ਜਿਹੜੇ ਮਿਨਰਲਸ ਨੇ ਉਹ ਕੱਢੇ ਜਾਂਦੇ ਆ, ਉਹਨਾਂ ਨੂੰ ਕੀ ਕੀਤਾ ਜਾਂਦਾ? ਤੋੜਿਆ ਜਾਂਦਾ, ਫਿਰ ਉਹਦੇ ਵਿੱਚੋਂ ਇਹ ਮਿਨਰਲਸ ਨਿਕਲਦੇ ਆ। ਦੀਜ਼ ਆਰ ਯੂਜ਼ ਟੂ ਦੀ ਇੰਡਸਟਰੀ, ਦੇਅਰ ਫॉर ਦੀ ਮਿਨਰਲਸ ਇਜ਼ ਕਾਲਡ ਟੂ ਦੀ ਬੇਸਿਸ ਆਫ ਆਵਰ ਇੰਡਸਟਰੀਜ਼। ਕਹਿੰਦੇ ਇਹ ਜਿਹੜੇ ਮਿਨਰਲਸ ਨੇ ਇੰਡਸਟਰੀ ਦੇ ਵਿੱਚ ਯੂਜ਼ ਕੀਤੇ ਜਾਂਦੇ ਆ, ਤਾਂ ਹੀ ਇੰਡਸਟਰੀਆਂ ਚੱਲਦੀਆਂ ਨੇ, ਤਾਂ ਕਰਕੇ ਇਹਨਾਂ ਨੂੰ ਕੀ ਕਿਹਾ ਜਾਂਦਾ? ਬੇਸਿਸ ਆਫ ਇੰਡਸਟਰੀ ਕਿਹਾ ਜਾਂਦਾ ਵਾ। ਨੈਕਸਟ ਹੈ ਐਕਸਪਲੇਨ ਦੀ ਡਿਵੈਲਪਡ ਐਂਡ ਪੋਟੈਂਸ਼ੀਅਲ ਰਿਸੋਰਸ ਵਿਦ ਐਗਜ਼ਾਮਪਲ। ਜਿਹੜੇ ਰਿਸੋਰਸ ਆਰ used to the some economic gain are called developed resource। ਵੀ ਕੁਛ ਅਜਿਹੇ ਰਿਸੋਰਸ ਜਿਹੜੇ ਕਿ ਅਸੀਂ ਆਪਣੇ ਆਰਥਿਕ ਲਾਭ ਲਈ ਕਰਦੇ ਹਾਂ, ਉਹਨੂੰ ਅਸੀਂ ਡਿਵੈਲਪਡ ਰਿਸੋਰਸ ਕਹਿੰਦੇ ਹਾਂ। ਵੇਅਰ
as the resource of the available but not to be being used is called potential resource। ਕੁਛ ਅਜਿਹੇ ਰਿਸੋਰਸ ਨੇ ਜਿਹੜੇ ਕਿ ਸਾਨੂੰ ਮਿਲਦੇ ਜ਼ਰੂਰ ਨੇ ਪਰ ਅਸੀਂ ਉਹਨਾਂ ਨੂੰ ਯੂਜ਼ ਨਹੀਂ ਕਰਦੇ, ਤਾਂ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਪੋਟੈਂਸ਼ੀਅਲ ਰਿਸੋਰਸ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਹੈ ਜੀ ਕੋਲ ਲੇਇੰਗ ਆਫ ਟੂ ਦੀ ਅੰਡਰਨੀਥ ਆਫ ਟੂ ਦੀ earth is a potential resource whereas the coal which is being used is called developed resource। ਵੀ ਜਿਹੜਾ ਧਰਤੀ ਦੇ ਥੱਲੇ ਜਿਹੜਾ ਸਾਡੇ ਕੋਲ ਕੋਲਾ ਪਿਆ ਵਾ ਉਹ ਕੀ ਆ, ਪੋਟੈਂਸ਼ੀਅਲ ਰਿਸੋਰਸ ਆ ਜਿਹਨੂੰ ਅਸੀਂ ਯੂਜ਼ ਨਹੀਂ ਕੀਤਾ, ਤੇ ਕੁਛ ਕੁ ਕੋਲਾ ਜਿਹੜਾ ਅਸੀਂ ਉਹਨੂੰ ਕੱਢ ਕੇ ਯੂਜ਼ ਕਰ ਲੈਂਦੇ ਹਾਂ ਤਾਂ ਉਹ ਡਿਵੈਲਪਡ ਰਿਸੋਰਸ ਬਣ ਜਾਂਦੇ ਆ। ਲਾਸਟ ਕੁਐਸਚਨ ਅੱਜ ਦੇ ਇਸ ਸੈਸ਼ਨ ਦਾ ਜਿਹੜਾ ਕਿ ਮੋਸਟ ਇੰਪੋਰਟੈਂਟ ਆ, ਵਾਈ ਸ਼ੁੱਡ ਬੀ ਆ ਯੂਜ਼ ਐਗਜ਼ੌਸਟੇਬਲ ਰਿਸੋਰਸ ਵਾਈਜ਼ਲੀ ਐਂਡ ਵਿਦ ਦੀ ਹੈਡੀਟੇਸ਼ਨ। ਵੀ ਕਿਉਂ ਸਾਨੂੰ ਜਿਹੜੇ ਖਤਮ ਹੋਣ ਵਾਲੇ ਰਿਸੋਰਸ ਨੇ ਉਹਨਾਂ ਨੂੰ ਬੜੇ ਧਿਆਨ ਨਾਲ ਯੂਜ਼ ਕਰਨਾ ਚਾਹੀਦਾ ਤੇ ਉਹਨੂੰ ਕਿਉਂ ਹੈਡੀਟੇਸ਼ਨ ਕਰਨੀ ਚਾਹੀਦੀ ਆ। ਦੀਆਂ ਰੌਕਸ ਆਫ ਦੀ ਐਗਜ਼ੌਸਟੇਬਲ ਰਿਸੋਰਸ ਆਰ ਲਿਮਿਟਡ। ਵੀ ਕੁਛ ਕੁ ਸਟਾਕਸ ਇਹੋ ਜਿਹੇ ਹੁੰਦੇ ਆ ਵੀ ਜਿਹੜੇ ਖਤਮ ਹੋਣ ਵਾਲੇ ਹੁੰਦੇ ਆ। ਅਬਾਊਟ 80% ਆਫ ਦੀ ਫਿਊਲਸ ਵਿਲ ਬੀ ਆ ਫਿਨਿਸ਼ਡ ਬਾਈ ਦੀ ਵਨ ਕੰਟਰੀ। ਕਹਿੰਦੇ ਕੁਛ ਕੁ 80% ਅਜਿਹਾ ਸਾਡਾ ਫਿਊਲ ਹੁੰਦਾ ਵਾ ਜਿਹੜਾ ਕਿ ਖਤਮ ਕਰ ਰਹੀ ਹੈ ਕੰਟਰੀ। ਵੀ ਸ਼ੁੱਡ ਬੀ ਆ ਦੀਜ਼ ਰਿਸੋਰਸ ਆਰ ਵਾਈਜ਼ਲੀ ਹੈਡੀਟੇਟਸ ਟੂ ਯੂਜ਼ ਦੀਜ਼ ਐਜ਼ ਅ ਲੌਂਗ ਟਾਈਮ। ਵੀ ਤਾਂ ਕਰਕੇ ਸਾਨੂੰ ਕੀ ਹੈ ਅਜਿਹੇ ਰਿਸੋਰਸਾਂ ਨੂੰ ਹੈਜ਼ੀਟੇਟ ਕਰਕੇ ਅਤੇ ਲੰਬੇ ਸਮੇਂ ਤੱਕ ਇਹਨੂੰ ਯੂਜ਼ ਕਰਨ ਦੇ ਬਾਰੇ ਸੋਚਣਾ ਚਾਹੀਦਾ ਵਾ। ਇਹ ਸੀਗਾ ਅੱਜ ਦਾ ਸੈਸ਼ਨ। ਆਈ ਹੋਪ ਤੁਹਾਨੂੰ ਇਹ ਜਿਹੜਾ ਸੈਸ਼ਨ ਆ ਉਹ ਵਧੀਆ ਲੱਗਿਆ ਹੋਊਗਾ। ਇਹਦੇ ਵਿੱਚ ਅਸੀਂ ਸ਼ਾਰਟ ਕੁਐਸਚਨ ਆਨਸਰ, MCQ, ਟਰੂ ਫਾਲਸ, ਈਵਨ ਫਿਲਿੰਗ ਦੀਆਂ ਬਲੈਂਕਸ ਵੀ ਕੀਤੀਆਂ ਨੇ ਅਤੇ ਇੱਕ ਚੈਪਟਰ ਨੂੰ ਪੂਰਾ ਕਵਰ ਕੀਤਾ ਵਾ। ਆਈ ਹੋਪ ਤੁਹਾਨੂੰ ਇਹ ਜਿਹੜਾ ਸੈਸ਼ਨ ਆ ਉਹ ਵਧੀਆ ਲੱਗਿਆ ਹੋਊਗਾ। ਹੋਰ ਵੀ ਐਸੇ ਇੰਟਰਸਟਿੰਗ ਸੈਸ਼ਨ ਦੇ ਲਈ ਤਾਂ ਮੇਰੇ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਜਸਟ ਡੂ ਇਟ ਫॉर ਅ ਬ੍ਰਾਈਟ ਫਿਊਚਰ। ਤੁਹਾਡੀ ਜਿੰਨੀਆਂ ਵੀ ਕਨਫਿਊਜ਼ਨ ਹੋਣਗੀਆਂ SST ਦੇ ਰਿਲੇਟਡ ਜਾਂ ਹੋਰ ਵੀ ਜਿਹੜੇ ਸਬਜੈਕਟਸ ਦੇ ਰਿਲੇਟਡ, ਤਾਂ ਉਹਦੀ ਕੁਐਰੀਜ਼ ਜਿਹੜੀਆਂ ਨੇ ਉਹ ਸੌਟ ਆਊਟ ਕਰਦਾ ਰਹੂੰਗਾ ਹੁਣ ਡੇਲੀ ਸੈਸ਼ਨ ਬਣਾ ਕੇ, ਤਾਂ ਜੋ ਕੀ ਹੈ ਤੁਹਾਨੂੰ ਪ੍ਰੋਬਲਮ ਨਾ ਆਵੇ ਅਤੇ ਤੁਸੀਂ ਪੇਪਰ ਜਿਹੜਾ ਵਾ ਉਹ ਵਧੀਆ ਢੰਗ ਨਾਲ ਦੇ ਸਕੋ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।